कहा बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप लेहो तुम कथा सुधारी। हम ना सकत कर सिफत तुम्हारी, आप लेहो तुम कथा सुधारी। सतनाम श्री वाहिगुरु साहिब जी। गुरमुख साचे का भाव पावै, गुरमुख बाणी अगड़ कढ़ावै। गुरमुख साचे का भाव पावै, गुरमुख बाणी अगड़ कढ़ावै। वाहिगुरु जी का खालसा, वाहिगुरु जी की फतेह। जुग जुग अटल खंडा ब्रह्मंडा दे मालक, दीना बंधु दीन दयाल गरीब निवाज सतगुरु, चबर छतर तख्तां दे मालक, दसां पातशाहियां दे आत्मक स्वरूप, धन धन साहिब श्री गुरु ग्रंथ साहिब जी महाराज सच्चे पातशाह जी। तिन्हां दी अपार बख्शिश रहमत किरपा दे सदका आप साध संगत जी महाराज जी की पावन पवित्र हजूरी अंदर जुड़ बैठे हो। जुड़ बैठ करके सच्चे पातशाह जी की पवित्र गोद का आनंद मान रहे हो। हजूर की पावन पवित्र हजूरी के अंदर सुंदर दीवान सजे हुए हैं। आप गुरमुख प्यारियां ने गुरबाणी के जाप, अलाही दरगाही कीर्तन आप जियां ने सरवण कीता। हुण समा होया साध संगत जी हर रोज़ की तरह जो आपां सच्चे पातशाह जी का उपदेश सरवण करते हाँ। कल दे दीवाना दे विच आपां ने साध संगत जी मनमुखां की हालत सुनी है कि मनमुख किहनूं आखदे है। क्योंकि बहुत वार गुरबाणी दे विच सच्चे पातशाह जी ने मनमुख अते गुरमुख शब्द वरतिया होया है। आपां कल सरवण कीता कि भाई जिहड़े अपने मन नूं मुखी बना करके चलदे है, मुखी तो भाव जिवें साध संगत जी अपने घर दे विच कोई वड्डे बजुर्ग हुंदे है, घर दे विच कोई काम कार करना होवे ते वड्डे बजुर्गां नूं पहिलां पुछया जांदा है। इसे तरह जिहड़े मनमुख लोग ने साध संगत जी कोई भी काम करन तो पहला
ਆਪਣੇ ਮਨ ਨੂੰ ਪੁੱਛਦੇ ਆ ਕਿ ਭਾਈ ਇਹ ਕੰਮ ਕਰਨਾ ਹੈ। ਮਨ ਕਹਿੰਦਾ, ਮਨ ਕਰਦਾ ਹੈ ਤੇ ਫਿਰ ਉਹ ਕੰਮ ਕਰਨਾ, ਨਹੀਂ ਤੇ ਨਹੀਂ ਕਰਨਾ। ਗੁਰਮੁਖ ਉਹ ਨੇ ਜਿਹੜੇ ਆਪਣੇ ਗੁਰੂ ਨੂੰ ਮੁਖੀ ਮੰਨ ਕਰਕੇ ਚੱਲਦੇ ਆ ਕਿ ਜੋ ਸਾਡਾ ਗੁਰੂ ਕਹਿੰਦਾ ਹੈ ਆਪਾਂ ਆਪਣੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲਣਾ ਹੈ, ਉਹਨੂੰ ਗੁਰਮੁਖ ਆਖਦੇ ਨੇ। ਮਨ ਕਹਿੰਦਾ ਕਿ ਅੰਮ੍ਰਿਤ ਵੇਲੇ ਨਾ ਉੱਠ, ਨਹੀਂ ਉੱਠੇ। ਮਨ ਕਹਿੰਦਾ ਕਿ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਾ ਪੜ੍ਹ, ਆਪਾਂ ਨਹੀਂ ਪੜ੍ਹੀ। ਮਨ ਕਹਿੰਦਾ ਕੀ ਕਰਨਾ, ਗੁਰਦੁਆਰੇ ਜਾ ਕੇ ਭਾਈ ਛੱਡ ਘਰੇ ਬੈਠੇ ਰਹਿੰਦੇ ਆ। ਮਨ ਦੀ ਸੁਣ ਲਈ, ਘਰ ਹੀ ਬੈਠ ਗਏ। ਆਪਣੀ ਜਿਹੜੇ ਮਨ ਦੀ ਸੁਣਦੇ ਉਹਨਾਂ ਨੂੰ ਮਹਾਰਾਜ ਨੇ ਮਨਮੁਖ ਦੱਸਿਆ ਹੋਇਆ। ਤੇ ਗੁਰੂ ਖਾਲਸਾ ਜੀ ਜਿਹੜੇ ਮਨਮੁਖ ਲੋਕ ਨੇ ਉਹ ਆਪਾਂ ਕੱਲ੍ਹ ਦੇ ਸ਼ਬਦਾਂ ਦੇ ਵਿੱਚ ਸਰਵਣ ਕੀਤਾ ਕਿ ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਮਨਮੁਖ ਲੋਕ ਹੈ ਨਾ, ਭਾਵੇਂ ਲੱਗਦੇ ਤਾਂ ਹਨ ਕਿ ਦੁਨੀਆ 'ਤੇ ਜਿਉਂਦੇ ਫਿਰਦੇ ਹੈ, ਪਰ ਮਹਾਰਾਜ ਕਹਿਣ ਲੱਗੇ ਭਾਈ ਉਹ ਜਿਉਂਦਿਆਂ ਜਿਉਂ ਹੀ ਮੁਰਦੇ ਨੇ, ਮਰੇ ਹੋਏ ਨੇ। ਜਿਹੜੇ ਵਾਹਿਗੁਰੂ ਜੀ ਦੇ ਨਾਮ ਤੋਂ ਟੁੱਟ ਕਰਕੇ ਹੋਰ ਹੀ ਭੈੜੀ ਸੰਗਤ ਦੇ ਵਿੱਚ ਫਿਰਦੇ ਹੈ, ਮਹਾਰਾਜ ਕਹਿੰਦੇ ਕਿ ਭਾਈ ਉਹਨਾਂ ਨੂੰ ਫਿਰ ਉਜਾੜਾਂ ਦੇ ਵਿੱਚ ਹੀ ਪੈਣਾ ਪਵੇਗਾ, ਭਾਵ ਕਿ 84 ਲੱਖ ਜੂਨਾਂ ਦੇ ਵਿੱਚ ਹੀ ਭਟਕਣਾ ਪਵੇਗਾ। ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਜਿਹੜੇ ਮਨਮੁਖ ਲੋਕ ਹੈ ਨਾ, ਇਹਨਾਂ ਦੀ ਤੇ ਸੰਗਤ ਕਰਨੀ ਵੀ ਮਾੜੀ ਹੈ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਗੁਰੂ ਖਾਲਸਾ ਜੀ ਜੈਸੀ ਸੰਗਤ ਕਰਾਂਗੇ ਨਾ ਉਵੇਂ ਦੀ ਰੰਗਤ ਜ਼ਰੂਰ ਚੜ੍ਹ ਜਾਂਦੀ ਹੈ। ਇਸ ਕਰਕੇ ਇਹ ਮਨਮੁਖਾਂ ਦਾ ਸੰਗ ਵੀ ਸਾਨੂੰ ਨਹੀਂ ਕਰਨਾ ਚਾਹੀਦਾ। ਜਿਹੜੀ ਮਨਮੁਖਾਂ ਦੀ ਦੋਸਤੀ ਹੈ ਨਾ, ਜਿਹੜੇ ਸਬੰਧ ਨੇ ਮਨਮੁਖਾਂ ਦੇ, ਗੁਰੂ ਕੀ ਬਾਣੀ ਕਹਿੰਦੀ ਹੈ ਕਿ ਭਾਈ ਇਹਨਾਂ ਦੀ ਜਿਹੜੀ ਸਬੰਧ ਹੈ ਨਾ, ਇਹਨਾਂ ਦੀ ਜਿਹੜੇ ਆਪਣੇ ਨਾਲ ਜਿਹੜੇ ਸਬੰਧ ਬਣੇ ਹੋਏ ਹੈ, ਜਿਹੜੇ ਮਨਮੁਖ ਪ੍ਰੇਮ ਕਰਦੇ ਉਹਨਾਂ ਦਾ ਪ੍ਰੇਮ ਕੈਸਾ ਹੈ। ਮਹਾਰਾਜ ਦੀ ਬਾਣੀ ਕਹਿੰਦੀ ਕਿ ਭਾਈ ਮਨਮੁਖਾ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖ ਲਿਆ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ, ਜਿਚਰ ਪੈਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ। ਗੁਰੂ ਖਾਲਸਾ ਜੀ ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਮਨਮੁਖਾਂ ਦੀ ਦੋਸਤੀ ਹੈ ਨਾ, ਇਹ ਤੇ ਉਹਨਾਂ ਚਿਰ ਹੀ ਦੋਸਤੀ ਰੱਖਦੇ ਹੈ ਜਿੰਨਾ ਚਿਰ ਆਪਣੇ ਕੋਲ ਕੁਝ ਹੈ। ਜਿਸ ਦਿਨ ਸਾਡੇ ਕੋਲ ਸਾਰੀਆਂ ਵਸਤੂਆਂ ਚਲੀਆਂ ਗਈਆਂ, ਇਹ ਮਨਮੁਖ ਵੀ ਤੇਰੀ ਦੋਸਤੀ ਨੂੰ ਛੱਡ ਕੇ ਭੱਜ ਜਾਣਗੇ। ਇਸ ਕਰਕੇ ਮਨਮੁਖਾਂ ਦੀ ਗੁਰੂ ਖਾਲਸਾ ਜੀ ਸੰਗਤ ਵੀ ਨਹੀਂ ਕਰਨੀ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕਬੀਰ ਸਾਗਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਮਨਮੁਖਾਂ ਦੀ ਸੰਗਤ ਗੁਰੂ ਖਾਲਸਾ ਜੀ ਕਦੇ ਵਾਸਤੇ ਨਹੀਂ ਕਰਨੀ ਚਾਹੀਦੀ। ਬਾਣੀ ਕਹਿੰਦੀ ਹੈ ਕਿ ਭਾਈ ਜਿਹੜੇ ਸਾਗਤ ਪੁਰਸ਼ ਨੇ, ਜਿਹੜੇ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਹੈ, ਉਹਨਾਂ ਨੂੰ ਤੇ ਦੂਰੋਂ ਵੇਖ ਕੇ ਹੀ ਭੱਜ ਜਾਣਾ ਚਾਹੀਦਾ ਹੈ। ਉਹਨਾਂ ਦੇ ਕੋਲ ਜਾ ਕੇ ਖਲੋਣਾ ਵੀ ਨਹੀਂ ਚਾਹੀਦਾ। ਕਿਉਂ? ਸਾਧ ਸੰਗਤ ਜੀ, ਜੇ ਪਰਮੇਸ਼ਰ ਦੇ ਟੁੱਟੇ ਹੋਇਆਂ ਦੇ ਲਾਗੇ ਆਪਾਂ ਜਾ ਕੇ ਖਲੋਵਾਂਗੇ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਂਗੇ, ਤੇ ਗੁਰੂ ਖਾਲਸਾ ਜੀ ਉਹਨਾਂ ਨੇ ਰੱਬ ਦੀ ਗੱਲ ਤਾਂ ਕੋਈ ਕਰਨੀ ਨਹੀਂ ਨਾ, ਕਿਉਂਕਿ ਉਹ ਆਪ ਪਰਮਾਤਮਾ ਤੋਂ ਟੁੱਟੇ ਹੋਏ ਹੈ। ਇਸ ਕਰਕੇ ਮਨਮੁਖਾਂ ਦੀ ਸੰਗਤ ਵੀ ਗੁਰੂ ਖਾਲਸਾ ਜੀ ਕਰਨੀ ਬਹੁਤ ਇਹ ਮਾੜੀ ਗੱਲ ਹੈ, ਮਾੜੀ ਬਾਤ ਹੈ। ਇਸ ਕਰਕੇ ਇਹ ਮਨਮੁਖਾਂ ਦੀ ਸੰਗਤ ਤੋਂ ਵੀ ਆਪਾਂ ਨੇ ਦੂਰ ਰਹਿਣਾ। ਕੱਲ੍ਹ ਦੇ ਜ਼ਮਾਨਾ ਦੇ ਵਿੱਚ ਆਪਾਂ ਮਨਮੁਖਾਂ ਦੀ ਹਾਲਤ ਸੁਣੀ ਹੈ। ਹੁਣ ਜਿਹੜੇ ਗੁਰਮੁਖ ਹੁੰਦੇ ਹੈ ਉਹਨਾਂ ਦੇ ਬਾਬਤ ਸੱਚੇ ਪਾਤਸ਼ਾਹ ਜੀ ਦੱਸ ਰਹੇ ਹੈ। ਆਓ ਪ੍ਰੇਮ ਦੇ ਨਾਲ ਸੁਣੀਏ ਕਿ ਗੁਰਮੁਖ ਕੈਸੇ ਹੁੰਦੇ ਹੈ। ਕਥਾ ਦੀ ਲੜੀ ਦੇ ਵਿੱਚ ਜੁੜਨ ਤੋਂ ਪਹਿਲਾਂ ਸਭ ਸੰਗਤ ਆਪਣੀ ਮਨ ਦੀ ਇਕਾਗਰਤਾ ਬਣਾਓ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲੈ ਕਰਕੇ ਰਸਨਾ ਕਰੋ ਪਵਿੱਤਰ ਪ੍ਰੇਮ ਦੇ ਨਾਲ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਸਾਚੇ ਕਾ ਭਾਉ ਪਾਵੈ। ਪਹਿਲਾਂ ਤਾਂ ਗੁਰਮੁਖ ਉਹ ਨੇ ਸਾਧ ਸੰਗਤ ਜੀ ਜਿਹੜੇ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਡਰ ਮੰਨਦੇ ਹੈ, ਜਿਹੜੇ ਆਪਣੇ ਗੁਰੂ ਤੋਂ ਡਰਦੇ ਹੈ।
ਕਿ ਮੈਂ ਇਹ ਪਾਪ ਕੀਤਾ ਤੇ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੋ ਜਾਵੇਗਾ। ਸਾਧ ਸੰਗਤ ਜੀ, ਪਹਿਲਾਂ ਡਰ ਆਉਣਾ ਬਹੁਤ ਜ਼ਰੂਰੀ ਹੈ। ਇਹ ਗੁਰਮੁਖਾਂ ਦੀ ਪਹਿਲੀ ਨਿਸ਼ਾਨੀ ਹੈ। ਸਾਧ ਸੰਗਤ ਜੀ, ਮਹਾਰਾਜ ਜੀ ਦੀ ਜੋ ਇੱਛਾ ਹੈ, ਜਿਵੇਂ ਕੱਲ੍ਹ ਸਰਵਣ ਕੀਤਾ ਕਿ ਜਿਵੇਂ ਮਨ ਦੇ ਵਿੱਚ ਇਹ ਆਇਆ ਕਿ ਆਪਾਂ ਇਹ ਕੰਮ ਕਰ ਲਈਏ ਤੇ ਉਹ ਕਰ ਲਿਆ, ਉਹਨੂੰ ਮਨਮੁਖ ਆਖਦੇ ਹੈ। ਹੁਣ ਜਿਹੜੇ ਗੁਰੂ ਦੀ ਮੰਨਦੇ ਹੈ, ਗੁਰੂ ਦੇ ਜੋ ਮਹਾਰਾਜ ਜੋ ਸਾਨੂੰ ਉਪਦੇਸ਼ ਦਿੰਦੇ ਉਹਨੂੰ ਮੰਨਦੇ ਹੈ, ਉਹਨਾਂ ਨੂੰ ਮਹਾਰਾਜ ਨੇ ਗੁਰਮੁਖ ਆਖਿਆ ਹੈ। ਹੁਣ ਗੁਰੂ ਦੀ ਸਾਧ ਸੰਗਤ ਜੀ ਇੱਛਾ ਕੀ ਹੈ? ਗੁਰੂ ਇਹ ਤਾਂ ਨਹੀਂ ਨਾ ਕਹਿੰਦਾ, ਗੁਰੂ ਦੀ ਇਹ ਇੱਛਾ ਤੇ ਨਹੀਂ ਹੈ ਨਾ ਕਿ ਮੇਰਾ ਸਿੱਖ ਇਹ ਕਿਸੇ ਵਿਆਹ ਸ਼ਾਦੀਆਂ 'ਤੇ ਜਾ ਕੇ ਭੰਗੜੇ ਪਾਵੇ, ਮੇਰਾ ਸਿੱਖ ਅੰਮ੍ਰਿਤ ਵੇਲੇ ਨਾ ਉੱਠੇ, ਮੇਰਾ ਸਿੱਖ ਨਿਤਨੇਮ ਨਾ ਕਰੇ, ਮੇਰਾ ਸਿੱਖ ਸਾਧ ਸੰਗਤ ਵਿੱਚ ਨਾ ਜਾਵੇ। ਐਵੇਂ ਤਾਂ ਨਾ ਗੁਰੂ ਸਾਹਿਬ ਗੁਰੂ ਖਾਲਸਾ ਜੀ ਆਖਦੇ। ਇਹ ਤਾਂ ਮਹਾਰਾਜ ਦੀ ਇੱਛਾ ਨਹੀਂ ਹੈ ਨਾ। ਗੁਰੂ ਦੀ ਇੱਛਾ ਇਹ ਹੈ ਭਾਈ ਕਿ ਮੇਰਾ ਸਿੱਖ ਅੰਮ੍ਰਿਤ ਵੇਲੇ ਉੱਠੇ। ਗੁਰੂ ਦੀ ਇੱਛਾ ਇਹ ਹੈ ਕਿ ਭਾਈ ਮੇਰਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰੇ। ਗੁਰੂ ਦੀ ਇੱਛਾ ਇਹ ਹੈ ਕਿ ਮੇਰਾ ਸਿੱਖ ਸੰਗਤ ਵਿੱਚ ਜਾਵੇ। ਗੁਰੂ ਦੀ ਇੱਛਾ ਇਹ ਹੈ ਕਿ ਸੱਚੀ ਸੰਗਤ ਕਰੇ ਮੇਰਾ ਸਿੱਖ। ਇਹ ਹੈ ਨਾ ਗੁਰੂ ਖਾਲਸਾ ਜੀ ਗੁਰੂ ਦੀ ਸਿੱਖਿਆ। ਪਰ ਆਪਾਂ ਗੁਰੂ ਖਾਲਸਾ ਜੀ ਇਸ ਤੋਂ ਟੁੱਟ ਬੈਠੇ ਹਾਂ। ਬਹੁਤਾ ਸਮਾਂ ਆਪਾਂ ਮਾਇਆ ਦੇ ਵਿੱਚ ਹੀ ਉਲਝ ਗਏ ਹਾਂ। ਇਹ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਵੱਡੀ ਮਾਇਆ ਸਾਨੂੰ ਚਿੰਬੜੀ ਹੋਈ ਹੈ, ਇਹ ਜਿਹੜੇ ਸਾਡੇ ਕੋਲ ਮੋਬਾਈਲ ਆ ਗਏ ਹੈ। ਸਾਧ ਸੰਗਤ ਜੀ ਸਾਰਾ ਦਿਨ ਮੋਬਾਈਲਾਂ ਦੇ ਵਿੱਚ ਵੜੇ ਰਹਿੰਦੇ ਹੈ। ਹੁਣ ਤਾਂ ਇੰਨਾ ਬੇੜਾ ਗਰਕ ਗਿਆ ਕਿ ਸਾਰੀ ਰਾਤ ਵੀ ਮੋਬਾਈਲਾਂ ਨੂੰ ਵੇਖਦੇ। ਇਹ ਵੀ ਗੁਰੂ ਖਾਲਸਾ ਜੀ ਮਾਇਆ ਹੈ। ਮਾਇਆ ਕਿਸ ਨੂੰ ਆਖਦੇ ਹੈ? ਜਿਹੜੀ ਚੀਜ਼ ਨੂੰ ਪਾ ਕੇ ਪ੍ਰਮਾਤਮਾ ਦਾ ਨਾਮ ਭੁੱਲ ਜਾਵੇ। ਤੇ ਜਦੋਂ ਮੋਬਾਈਲ ਚਲਾਉਣਾ ਹੈ, ਫਿਲਮਾਂ ਇਤਿਆਦਿਕ ਵੇਖਣੀਆਂ, ਫੇਸਬੁੱਕ ਵੇਖਣੀ ਹੈ, ਸਾਧ ਸੰਗਤ ਜੀ ਉਹਦੇ ਵਿੱਚ ਅਟਰ ਪਟਰ ਵੇਖੀ ਜਾਣਾ, ਤੇ ਫਿਰ ਪ੍ਰਮਾਤਮਾ ਦਾ ਚੇਤਾ ਕਿਵੇਂ ਆਵੇਗਾ? ਉਹ ਤਾਂ ਸਾਰਾ ਖਿਆਲ ਹੀ ਗੁਰੂ ਖਾਲਸਾ ਜੀ ਮੋਬਾਈਲ ਦੇ ਵਿੱਚ ਲੱਗਾ ਰਹਿੰਦਾ ਹੈ। ਇਵੇਂ ਵੀ ਹੁਣ ਹੁੰਦਾ ਕਿ ਸੰਗਤ ਵਿੱਚ ਆਣ ਕੇ ਵੀ ਕਈ ਨਹੀਂ ਟਿਕਦੇ, ਸੰਗਤ ਦੇ ਵਿੱਚ ਬੈਠੇ ਹੁੰਦੇ ਹੈ ਪਰ ਤਾਂ ਵੀ ਧਿਆਨ ਮੋਬਾਈਲ ਦੇ ਵਿੱਚ ਹੀ ਰਹਿੰਦਾ। ਇਹ ਮਾਇਆ ਨਹੀਂ ਤੇ ਕੀ ਹੈ? ਇਸ ਕਰਕੇ ਗੁਰੂ ਖਾਲਸਾ ਜੀ ਇਹ ਮਾਇਆ ਤੋਂ ਆਪਾਂ ਬਚਣਾ, ਗੁਰੂ ਜੀ ਦਾ ਡਰ ਮੰਨਣਾ ਆਪਣੇ ਜੀਵਨ ਦੇ ਵਿੱਚ। ਕਦੇ ਵਾਸਤੇ ਵੀ ਗੁਰੂ ਖਾਲਸਾ ਜੀ ਪਰਮਾਤਮਾ ਦਾ ਡਰ ਭੁਲਾਉਣਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਦਾ ਡਰ ਰੱਖਣਾ ਆਪਣੇ ਮਨ ਦੇ ਵਿੱਚ ਕਿ ਭਾਈ ਮੈਂ ਇਹ ਜੇ ਕੰਮ ਕੀਤਾ ਤੇ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੋ ਜਾਵੇਗਾ, ਰੁੱਸ ਜਾਵੇਗਾ ਮੇਰਾ ਗੁਰੂ। ਇਸ ਕਰਕੇ ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਗੁਰਮੁਖ ਪਿਆਰੇ ਆ ਨਾ, ਉਹ ਆਪਣੇ ਸੱਚੇ ਸਤਿਗੁਰੂ ਜੀ ਦਾ ਡਰ ਰੱਖਦੇ ਆਪਣੇ ਮਨ ਦੇ ਵਿੱਚ। ਗੁਰਮੁਖ ਬਾਣੀ ਅਗੜ ਕਢਾਵੈ। ਗੁਰਮੁਖਾਂ ਦੀ ਕੀਤੀ ਹੋਈ ਬਾਣੀ ਕਹਿਣ ਤੋਂ ਭਾਵ ਸਾਧ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ, ਉਹ ਕਿਸੇ ਨੂੰ ਬਚਨ ਕਰ ਦੇਣ, ਕਿਸੇ ਨੂੰ ਕੋਈ ਬੋਲ ਕੱਢ ਦੇਣ। ਉਹਨਾਂ ਦੇ ਬਚਨਾਂ ਦੇ ਵਿੱਚ ਐਸੀ ਸ਼ਕਤੀ ਹੁੰਦੀ ਹੈ ਕਿ ਜਿਹੜੇ ਨਾ ਘੜੇ ਜਾਣ ਵਾਲੇ ਉਹ ਵੀ ਘੜੇ ਜਾਂਦੇ। ਕਹਿਣ ਤੋਂ ਭਾਵ ਕਿ ਜਿਹੜੇ ਵੱਡੇ ਤੋਂ ਵੱਡੇ ਪਾਪੀ ਹੁੰਦੇ ਆ ਨਾ, ਜਿਨ੍ਹਾਂ ਨੇ ਕਦੀ ਗੁਰਬਾਣੀ ਦਾ ਜਾਪ ਨਹੀਂ ਕੀਤਾ, ਕਿਤੇ ਪੂਰਨ ਗੁਰਮੁਖਾਂ ਦੇ ਬਚਨ ਹੋ ਜਾਣ, ਉਹ ਵੱਡਾ ਪਾਪੀ ਵੀ ਬ੍ਰਹਮ ਗਿਆਨੀ ਬਣ ਸਕਦਾ ਹੈ। ਇਹ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਭਾਈ ਗੁਰਮੁਖਾਂ ਦੇ ਬਾਣੀ ਬਚਨਾਂ ਦੇ ਵਿੱਚ ਐਸੀ ਸ਼ਕਤੀ ਹੁੰਦੀ ਹੈ ਕਿ ਵੱਡੇ ਪਾਪੀਆਂ ਨੂੰ ਵੀ ਉਹ ਬ੍ਰਹਮ ਗਿਆਨ ਦਾ ਇਹ ਗਿਆਨ ਦੇ ਸਕਦੇ। ਐਸੀ ਸ਼ਕਤੀ ਹੈ ਮਹਾਂਪੁਰਖਾਂ ਦੇ ਵਿੱਚ, ਗੁਰੂ ਦੇ ਸਿੱਖਾਂ ਦੇ ਵਿੱਚ ਐਸੀ ਸ਼ਕਤੀ ਹੈ। ਇਸ ਕਰਕੇ ਭਾਈ ਗੁਰਮੁਖਾਂ ਦਾ ਸਾਨੂੰ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਆਪਾਂ ਵੇਖਦੇ ਹਾਂ ਸਾਧ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਹੁੰਦੇ ਹੈ, ਕਈ ਤਾਂ ਉਹਨਾਂ ਨੂੰ ਵੇਖ ਕਰਕੇ ਮੂੰਹ ਜਿਹਾ ਵੱਟਦੇ ਹੈ, ਕਈ ਸਾਧ ਸੰਗਤ ਜੀ ਸਤਿਕਾਰ ਨਹੀਂ ਕਰਦੇ। ਇੱਦਾਂ ਕਦੇ ਵਾਸਤੇ ਵੀ ਕਰਨਾ ਨਹੀਂ। ਜਿਹੜਾ ਗੁਰੂ ਦਾ ਸਿੱਖ ਹੋਵੇ ਨਾ ਸਾਧ ਸੰਗਤ ਜੀ, ਉਹਦਾ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ। ਆਪਾਂ ਰੋਜ਼ ਅਰਦਾਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇਹੋ ਮੰਗਦੇ ਆ ਨਾ, ਮਹਾਰਾਜ ਸਹੀ ਪਿਆਰੇ ਮਿਲਣੇ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿੱਤ ਆਵੇ। ਤੇ ਗੁਰੂ ਖਾਲਸਾ ਜੀ ਇਹ ਸੱਚ ਵੀ ਹੈ। ਜਦੋਂ ਆਪਾਂ ਕਿਸੇ ਗੁਰਮੁਖ ਪਿਆਰੇ ਨੂੰ ਮਿਲਦੇ ਆ ਨਾ, ਦਰਸ਼ਨ ਕਰਦੇ ਆ, ਤੇ ਬਦੋ ਬਦੀ ਮੁਖ ਦੇ ਵਿੱਚੋਂ ਵਾਹਿਗੁਰੂ ਨਿਕਲ ਹੀ ਜਾਂਦਾ ਹੈ।
ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖਾਂ ਦੀ ਸੰਗਤ ਕਰ, ਕਿਤੇ ਉਹ ਤੈਨੂੰ ਗੁਰਮੁਖਾਂ ਦੀ ਸੰਗਤ ਵੀ ਤੈਨੂੰ ਤਾਰ ਦੇਵੇਗੀ। ਇਸੇ ਕਰਕੇ ਦਾਸ ਆਪ ਜੀਆਂ ਨੂੰ ਬੇਨਤੀ ਕਰਦਾ, ਸਾਧ ਸੰਗਤ ਜੀ, ਕਿ ਕਦੇ ਵਾਸਤੇ ਸੰਗਤ ਨਾ ਛੱਡਿਓ, ਕਿਉਂਕਿ ਇਹ ਕੋਈ ਪਤਾ ਨਹੀਂ ਹੁੰਦਾ ਕਿ ਜਦੋਂ ਆਪਾਂ ਸੰਗਤ ਦੇ ਵਿੱਚ ਆਈਏ, ਕੋਈ ਐਸੀ ਗੁਰਮੁਖ ਰੂਹ ਹੀ ਆ ਜਾਂਦੀ ਹੈ ਸੰਗਤ ਵਿੱਚ ਗੁਰੂ ਖਾਲਸਾ ਜੀ, ਜਿਹਦੇ ਦਰਸ਼ਨ ਕਰਕੇ ਆਪਣਾ ਜੀਵਨ ਬਦਲ ਸਕਦਾ ਹੈ, ਜਿਹਦੇ ਬਚਨ ਸੁਣ ਕਰਕੇ ਆਪਣਾ ਜੀਵਨ ਬਦਲ ਸਕਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਗੁਰਮੁਖ ਬਾਣੀ ਅਗੜ ਕੜਾਵੈ, ਗੁਰਮੁਖਾਂ ਦੇ ਕੀਤੇ ਹੋਏ ਬਚਨ ਵੱਡੇ ਪਾਪੀਆਂ ਦੇ ਪਾਪੀ ਨੂੰ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਵਾ ਸਕਦਾ ਹੈ। ਗੁਰਮੁਖ ਨਿਰਮਲ ਹਰ ਗੁਣ ਗਾਵੈ। ਫਿਰ ਗੁਰਮੁਖ ਪਿਆਰੇ ਪਵਿੱਤਰ ਬਾਣੀ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ। ਪਵਿੱਤਰ ਬਾਣੀ ਗੁਰੂ ਖਾਲਸਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਕਿਉਂਕਿ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰਿ ਨਾਨਕ ਸਾਚ ਵਖਾਨਾ। ਇਹ ਧੁਰ ਕੀ ਬਾਣੀ ਹੈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਸਾਧ ਸੰਗਤ ਜੀ ਇਸ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਣ ਵਾਲੀ ਬਾਣੀ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖਾਂ ਦੀ ਇਹ ਨਿਸ਼ਾਨੀ ਹੈ। ਗੁਰਮੁਖ ਉਹ ਹਨ ਜਿਹੜੇ ਪਵਿੱਤਰ ਗੁਰਬਾਣੀ ਨੂੰ ਪੜ੍ਹਦੇ, ਪਵਿੱਤਰ ਗੁਰਬਾਣੀ ਨੂੰ ਪੜ੍ਹ ਕਰਕੇ ਆਪਣੇ ਜੀਵਨ ਦੇ ਵਿੱਚ ਢਾਲਦੇ ਆ, ਸਿੱਖਿਆ ਨੂੰ ਗ੍ਰਹਿਣ ਕਰਦੇ ਆ, ਉਹ ਭਾਈ ਗੁਰਮੁਖ ਪਿਆਰੇ ਨੇ। ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਫਿਰ ਗੁਰਮੁਖ ਪਿਆਰੇ ਉਹ ਬਾਣੀ ਨੂੰ ਪੜ੍ਹ ਕੇ, ਉਹ ਗੁਰਬਾਣੀ ਨੂੰ ਸਮਝ ਕੇ ਪਵਿੱਤਰ ਪਦਵੀ ਨੂੰ ਪ੍ਰਾਪਤ ਕਰ ਲੈਂਦੇ। ਕਹਿਣ ਤੋਂ ਭਾਵ ਕਿ ਉਹ ਸੱਚਖੰਡ ਦੇ ਵਿੱਚ ਗੁਰੂ ਖਾਲਸਾ ਜੀ ਚਲੇ ਜਾਂਦੇ ਹੈ, ਉਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ। ਜਿਹੜੇ ਗੁਰਮੁਖ ਪਿਆਰੇ ਬਾਣੀ ਨੂੰ ਪੜ੍ਹਦੇ ਹੈ, ਉਸੇ ਹੀ ਬਾਣੀ ਨੂੰ ਪੜ੍ਹ ਕਰਕੇ ਫਿਰ ਸੱਚਖੰਡ ਦੇ ਵਿੱਚ ਪਰਮ ਪਦਵੀ ਨੂੰ ਹਾਸਲ ਕਰ ਲੈਂਦੇ ਹਨ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜੇ ਪੂਰਨ ਗੁਰਮੁਖ ਹਨ ਸਾਧ ਸੰਗਤ ਜੀ, ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਗੁਰਬਾਣੀ ਚੱਲਦੀ ਹੈ। ਰੋਮ ਕਿਹੜੇ ਸਾਧ ਸੰਗਤ ਜੀ? ਜਿਹੜੇ ਆਪਣੇ ਸਰੀਰ ਦੇ ਉੱਪਰ ਛੋਟੇ ਛੋਟੇ ਵਾਲ ਨੇ, ਆਪਣੇ ਸਿਰ ਦੇ ਉੱਪਰ ਕੇਸ ਹਨ, ਵਾਲ ਹਨ, ਆਪਣੇ ਸਰੀਰ ਦੇ ਜਿਹੜੇ ਕੱਲੇ ਕੱਲੇ ਰੋਮ ਨੇ, ਉਹਨਾਂ ਰੋਮਾਂ ਦੇ ਵਿੱਚੋਂ ਵੀ ਬ੍ਰਹਮ ਗਿਆਨੀ ਦੇ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਚੱਲਦਾ ਹੈ। ਜਿਵੇਂ ਕਿਵੇਂ ਹੋਇਆ, ਗੁਰੂ ਖਾਲਸਾ ਜੀ ਇੱਕ ਵਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ ਉਹ ਡਾਕਟਰ ਦੇ ਕੋਲ ਗਏ। ਸਰੀਰ ਦੇ ਵਿੱਚ ਕੁਝ ਢਿਲਾਈ ਆਈ, ਸਰੀਰ ਢਿੱਲਾ ਹੋਇਆ। ਮਹਾਂਪੁਰਖ ਡਾਕਟਰ ਦੇ ਕੋਲ ਗਏ। ਡਾਕਟਰਾਂ ਨੇ ਜਦੋਂ ਸਾਧ ਸੰਗਤ ਜੀ ਦਰਸ਼ਨ ਕੀਤੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਹੱਥ ਜੋੜੇ ਡਾਕਟਰ ਨੇ, ਕਹਿਣ ਲੱਗਾ, ਮਹਾਂਪੁਰਖੋ, ਤੁਹਾਡੇ ਤੋਂ ਪਹਿਲਾਂ ਮੇਰੀਆਂ ਅੱਖਾਂ ਦੇ ਸਾਹਮਣੇ 2 ਮਹਾਂਪੁਰਖਾਂ ਦੇ ਸਰੀਰ ਸ਼ਾਂਤ ਹੋਏ ਨੇ। ਕਹਿਣ ਤੋਂ ਭਾਵ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮਹਾਂਪੁਰਖ ਸੱਚਖੰਡ ਨੂੰ ਗਏ ਨੇ 2 ਮਹਾਂਪੁਰਖ। ਉਹ 2 ਮਹਾਂਪੁਰਖ ਕੌਣ ਸਨ? ਇੱਕ ਤਾਂ ਸਾਧ ਸੰਗਤ ਜੀ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ 70 ਸਾਲ ਨਿਸ਼ਕਾਮ ਕੀਰਤਨ ਦੀ ਸੇਵਾ ਕੀਤੀ। ਨਿਸ਼ਕਾਮ ਇੱਕ ਵੀ ਨਾਗਾ ਨਹੀਂ, ਹਰ ਰੋਜ਼ ਲਗਾਤਾਰ 70 ਸਾਲ ਬਾਬਾ ਸ਼ਾਮ ਸਿੰਘ ਜੀ ਨੇ ਗੁਰੂ ਖਾਲਸਾ ਜੀ ਹਰਿਮੰਦਰ ਸਾਹਿਬ ਕੀਰਤਨ ਕਰਨ ਦੀ ਸੇਵਾ ਕੀਤੀ। ਦੂਸਰੇ ਮਹਾਂਪੁਰਖ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਣਾ ਵਾਲੇ, ਉਹ ਮਹਾਂਪੁਰਖ ਗੁਰੂ ਖਾਲਸਾ ਜੀ, ਉਹਨਾਂ ਨੇ ਇਸ ਡਾਕਟਰ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਸਰੀਰ ਨੂੰ ਛੱਡਿਆ ਸੀਗਾ। ਉਹ ਡਾਕਟਰ ਕਹਿਣ ਲੱਗਾ, ਮਹਾਂਪੁਰਖੋ, ਤੁਹਾਡੇ ਤੋਂ ਪਹਿਲਾਂ 2 ਮਹਾਂਪੁਰਖਾਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਆਪਣਾ ਸਰੀਰ ਛੱਡਿਆ, ਪਰ ਮੇਰੇ ਮਨ ਦੇ ਵਿੱਚ ਇਹ ਗੱਲ ਰਹੀ ਹੈ ਕਿ ਮੈਂ ਉਹਨਾਂ ਦੇ ਨਾਲ ਕੋਈ ਬਚਨ ਨਹੀਂ ਕਰ ਸਕਿਆ। ਮਹਾਂਪੁਰਖ ਹੱਸ ਪਏ। ਉਸ ਵਕਤ ਮਹਾਂਪੁਰਖ ਗੁਰੂ ਖਾਲਸਾ ਜੀ ਜਦੋਂ ਹੱਸੇ ਹੈ, ਡਾਕਟਰ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ,
ਮੇਰੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਆਪ ਜੀ ਦੇ ਨਾਲ ਮੈਂ ਕੋਈ ਭਜਨ ਕਰਾਂ। ਮਹਾਂਪੁਰਖ ਫਿਰ ਹੱਸ ਗਏ। ਸਾਧ ਸੰਗਤ ਜੀ, ਫਿਰ ਡਾਕਟਰ ਕਹਿਣ ਲੱਗਾ, ਮਹਾਂਪੁਰਖੋ ਆਪਣੀ ਅਵਸਥਾ ਦੱਸੋ ਕਿ ਤੁਹਾਡੀ ਅਵਸਥਾ ਕਿੰਨੀ ਕੁ ਹੈ, ਕਿੰਨੀ ਕੁ ਆਪ ਜੀ ਦੀ ਆਤਮਾ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ। ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਡਾਕਟਰ ਸਾਹਿਬ ਆਪਣੀ ਅਵਸਥਾ ਤੇ ਆਪਾਂ ਤੈਨੂੰ ਬਾਅਦ ਵਿੱਚ ਦੱਸਾਂਗੇ, ਪਹਿਲਾਂ ਤੂੰ ਆਪਣੀ ਅਵਸਥਾ ਦੱਸ ਕਿ ਤੇਰੀ ਅਵਸਥਾ ਕਿੰਨੀ ਹੈ। ਡਾਕਟਰ ਕਹਿਣ ਲੱਗਾ, ਮਹਾਂਪੁਰਖੋ ਸੱਚੇ ਪਾਤਸ਼ਾਹ ਜੀ ਦੀ ਇੰਨੀ ਕੁ ਕਿਰਪਾ ਹੈ ਕਿ ਜਦੋਂ ਮੈਂ ਕਾਰ ਚਲਾਉਂਦਾ ਹੈ ਨਾ, ਆਪਣੀ ਗੱਡੀ ਚਲਾਉਂਦਾ, ਉਹ ਗੱਡੀ ਦੀ ਆਵਾਜ਼ ਦੇ ਵਿੱਚੋਂ ਮੈਨੂੰ ਐਵੇਂ ਪ੍ਰਤੀਤ ਹੁੰਦਾ ਕਿ ਜਿਵੇਂ ਗੱਡੀ ਦੀ ਆਵਾਜ਼ ਧੰਨ ਗੁਰੂ ਨਾਨਕ ਦੇਵ ਜੀ ਕਹਿ ਰਹੀ ਹੋਵੇ। ਇਹ ਸਾਧ ਸੰਗਤ ਜੀ ਜਦੋਂ ਬਚਨ ਕੀਤੇ, ਮਹਾਂਪੁਰਖ ਬੜੇ ਖੁਸ਼ ਹੋਏ। ਫਿਰ ਕਹਿਣ ਲੱਗਾ, ਮਹਾਂਪੁਰਖੋ ਹੁਣ ਮੈਂ ਆਪਣੀ ਅਵਸਥਾ ਦੱਸ ਦਿੱਤੀ ਹੈ, ਹੁਣ ਕਿਰਪਾ ਕਰੋ ਆਪਣੀ ਅਵਸਥਾ ਦੱਸੋ ਕਿ ਤੁਹਾਡੀ ਅਵਸਥਾ ਕਿੰਨੀ ਹੈ। ਗੁਰੂ ਖਾਲਸਾ ਜੀ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਕਿ ਭਾਈ ਆਪਣੀਆਂ ਕੰਨਾਂ ਦੇ ਵਿੱਚ ਸਥੈਤੋਸਕੋਪ ਜਿਹੜੀ ਮਸ਼ੀਨ ਸਾਧ ਸੰਗਤ ਜੀ, ਜਿਹਦੇ ਨਾਲ ਦਿਲ ਦੀ ਧੜਕਣ ਚੈੱਕ ਕੀਤੀ ਜਾਂਦੀ ਹੈ। ਮਹਾਂਪੁਰਖ ਕਹਿਣ ਲੱਗੇ, ਆਪਣੇ ਕੰਨਾਂ ਦੇ ਵਿੱਚ ਇਹ ਟੂਟੀਆਂ ਲਗਾ ਕੇ ਸਾਡੇ ਸਰੀਰ ਨੂੰ ਚੈੱਕ ਕਰ, ਆਪੇ ਤੈਨੂੰ ਪਤਾ ਲੱਗ ਜਾਵੇਗਾ। ਗੁਰੂ ਖਾਲਸਾ ਜੀ ਡਾਕਟਰ ਨੇ ਉਹ ਸਥੈਤੋਸਕੋਪ ਜਿਹੜੀ ਮਸ਼ੀਨ ਸੀਗੀ ਆਪਣੀਆਂ ਕੰਨਾਂ ਦੇ ਵਿੱਚ ਲਾਉਣਾ ਕੀਤੀ। ਉਹ ਜਦੋਂ ਮਸ਼ੀਨ ਮਹਾਂਪੁਰਖਾਂ ਦੇ ਸਰੀਰ ਨੂੰ ਲਾਈ, ਸਾਧ ਸੰਗਤ ਜੀ ਮਸਤ ਹੋ ਗਿਆ। ਮਹਾਂਪੁਰਖ ਨੇ ਡਾਕਟਰ ਦਾ ਹੱਥ ਫੜ ਕਰਕੇ ਤੇ ਆਪਣੇ ਸਰੀਰ ਦੇ ਦੂਸਰੇ ਅੰਗ ਤੇ ਉਹ ਮਸ਼ੀਨ ਰੱਖੀ। ਫਿਰ ਗੁਰੂ ਖਾਲਸਾ ਜੀ ਡਾਕਟਰ ਮਸਤ ਹੋ ਗਿਆ। ਜਦੋਂ ਕੁਝ ਕੁ ਸਮਾਂ ਬਤੀਤ ਹੋਇਆ, ਉਹ ਡਾਕਟਰ ਨੇ ਮਸ਼ੀਨ ਮਹਾਂਪੁਰਖਾਂ ਦੇ ਸਰੀਰ ਤੋਂ ਪਰਾਂ ਕੀਤੀ। ਮਹਾਂਪੁਰਖ ਕਹਿਣ ਲੱਗੇ, ਡਾਕਟਰ ਸਾਹਿਬ ਕੁਝ ਪਤਾ ਲੱਗਿਆ? ਹੱਥ ਜੋੜ ਕਰਕੇ ਮਹਾਂਪੁਰਖਾਂ ਦੇ ਚਰਨਾਂ ਤੇ ਢਹਿ ਗਿਆ। ਕਹਿਣ ਲੱਗਾ, ਮਹਾਂਪੁਰਖੋ ਤੁਹਾਡੇ ਸਰੀਰ ਦਾ ਐਸਾ ਕੋਈ ਅੰਗ ਨਹੀਂ ਜਿਸ ਅੰਗ ਦੇ ਵਿੱਚੋਂ ਵਾਹਿਗੁਰੂ 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 ਜੀ ਦਾ ਨਾਮ ਨਾ ਸੁਣ ਰਿਹਾ ਹੋਵੇ। ਐਸਾ ਕੋਈ ਰੋਮ ਨਹੀਂ, ਐਸਾ ਕੋਈ ਵਾਲ ਨਹੀਂ ਜਿਹੜੇ ਵਾਲ ਦੇ ਵਿੱਚੋਂ ਵਾਹਿਗੁਰੂ ਜੀ ਦਾ ਨਾਮ ਨਾ ਸੁਣ ਰਿਹਾ ਹੋਵੇ। ਮਹਾਂਪੁਰਖੋ ਤੁਸੀਂ ਧੰਨ ਹੋ। ਇਸ ਕਰਕੇ ਗੁਰੂ ਖਾਲਸਾ ਜੀ ਜਿਹੜੇ ਗੁਰਮੁਖ ਪਿਆਰੇ ਹੈ ਨਾ, ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਇਹ ਪਰਮਾਤਮਾ ਦਾ ਨਾਮ ਚੱਲਦਾ ਹੈ। ਇਹ ਉਹਨਾਂ ਦੇ ਸਰੀਰ ਦੇ ਉੱਪਰ ਵਾਲ ਨਹੀਂ, ਇਹ ਜੀਭਾਂ ਉਹਨਾਂ ਦੀਆਂ ਬਣੀਆਂ ਹੁੰਦੀਆਂ। ਇਹਨਾਂ ਕੇਸਾਂ ਦੇ ਵਿੱਚੋਂ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਚੱਲਦਾ ਹੈ। ਇੱਕ ਮੈਂ ਹੋਰ ਆਪ ਜੀ ਦੇ ਨਾਲ ਘਟਨਾ ਸਾਂਝੀ ਕਰਾਂ। ਇੱਕ ਵਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਸਾਧ ਸੰਗਤ ਜੀ ਸਟੇਜ ਦੇ ਉੱਪਰ ਪ੍ਰਚਾਰ ਕਰ ਰਹੇ ਸਨ, ਕਥਾ ਕਰ ਰਹੇ ਸਨ, ਤੇ ਸੰਗਤ ਵਿੱਚੋਂ ਬੈਠਿਆਂ ਨੂੰ ਕਿਸੇ ਦੇ ਮਨ ਦੇ ਵਿੱਚ ਵਿਚਾਰ ਆਇਆ। ਜਿਵੇਂ ਆਪ ਸੰਗਤ ਵਿੱਚ ਬੈਠੇ ਹੋਏ ਹੋ, ਮਨ ਦੇ ਵਿੱਚ ਕਿਸੇ ਦੇ ਵਿਚਾਰ ਆਇਆ ਕਿ ਲੋਕ ਕਹਿੰਦੇ ਕਿ ਮਹਾਂਪੁਰਖ 101 ਪਾਠ ਸ੍ਰੀ ਜਪਜੀ ਸਾਹਿਬ ਜੀ ਦਾ ਰੋਜ਼ ਕਰਦੇ ਹੈ। ਲੋਕ ਕਹਿੰਦੇ ਹੈ ਕਿ ਮਹਾਂਪੁਰਖ 50 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰੋਜ਼ ਪੜ੍ਹਦੇ ਹੈ। ਲੋਕ ਕਹਿੰਦੇ ਕਿ 5 ਗ੍ਰੰਥੀ ਮਹਾਂਪੁਰਖ ਰੋਜ਼ ਪੜ੍ਹਦੇ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਮਹਾਂਪੁਰਖ ਇੰਨੀ ਬਾਣੀ ਪੜ੍ਹਦੇ ਹੋਣਗੇ। ਕਿਉਂਕਿ ਸਾਰੀ ਦਿਹਾੜੀ ਤੇ ਮਹਾਂਪੁਰਖ ਪ੍ਰਚਾਰ ਹੀ ਕਰਦੇ ਰਹਿੰਦੇ, ਕਥਾ ਕਰਦੇ ਰਹਿੰਦੇ, ਕਿ ਬਾਣੀ ਕਿਹੜੇ ਵੇਲੇ ਪੜ੍ਹਦੇ ਹੋਣਗੇ, ਕਿਸ ਵਕਤ ਪੜ੍ਹਦੇ ਹੋਣਗੇ। ਸਾਧ ਸੰਗਤ ਜੀ ਇੱਧਰੋਂ ਮਹਾਂਪੁਰਖ ਸਟੇਜ ਦੇ ਉੱਪਰੋਂ ਕਥਾ ਕਰਕੇ ਉਤਰੇ। ਜਦੋਂ ਸਟੇਜ ਤੋਂ ਉਤਰੇ, ਉਸੇ ਹੀ ਗੁਰਮੁਖ ਪਿਆਰੇ ਦੇ ਕੋਲ ਚਲੇ ਗਏ, ਜਿਹੜੇ ਗੁਰਮੁਖ ਪਿਆਰੇ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਸੀਗੀ। ਉਹ ਗੁਰਮੁਖ ਪਿਆਰੇ ਦੇ ਕੋਲ ਗਏ। ਸਾਧ ਸੰਗਤ ਜੀ ਉਹ ਗੁਰਮੁਖ ਪਿਆਰੇ ਦਾ ਸਿਰ ਫੜ ਕੇ ਮਹਾਂਪੁਰਖਾਂ ਨੇ ਉਹਦਾ ਕੰਨ ਆਪਣੀ ਛਾਤੀ ਦੇ ਨਾਲ ਲਾਇਆ। ਜਦੋਂ ਸਾਧ ਸੰਗਤ ਜੀ ਉਹਦਾ ਕੰਨ ਮਹਾਂਪੁਰਖਾਂ ਦੀ ਛਾਤੀ ਦੇ ਨਾਲ ਲੱਗਾ ਹੈ ਨਾ, ਮਹਾਂਪੁਰਖਾਂ ਦੇ ਸਰੀਰ ਦੇ ਵਿੱਚੋਂ ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਉਹਨੂੰ ਸੁਣਾਈ ਦਿੱਤਾ। ਜਦੋਂ ਜਾਪ ਸੁਣਾਈ ਦਿੱਤਾ, ਜਦੋਂ ਸੁਖਮਨੀ ਸਾਹਿਬ ਜੀ ਦੀ ਆਵਾਜ਼ ਆਈ ਮਹਾਂਪੁਰਖਾਂ ਦੇ ਸੀਨੇ ਦੇ ਵਿੱਚੋਂ, ਗੁਰੂ ਖਾਲਸਾ ਜੀ ਮਹਾਂਪੁਰਖਾਂ ਦੇ ਅੱਗੇ ਢਹਿ ਗਿਆ, ਮਹਾਂਪੁਰਖਾਂ ਦੇ ਚਰਨ ਫੜ ਲਏ। ਕਹਿਣ ਲੱਗਾ, ਮਹਾਂਪੁਰਖੋ ਮੈਨੂੰ ਬਖਸ਼ ਲਓ, ਮੈਂ ਆਪ ਜੀ ਤੇ ਸ਼ੰਕਾ ਕੀਤਾ। ਮਹਾਂਪੁਰਖੋ ਮੈਂ ਸ਼ੱਕ ਕੀਤਾ, ਮਹਾਰਾਜ ਮੈਨੂੰ ਬਖਸ਼ ਲਿਓ। ਇਸੇ ਪ੍ਰਕਾਰ ਸਾਧ ਸੰਗਤ ਜੀ
ਕਦੇ ਵਾਸਤੇ ਵੀ ਗੁਰਮੁਖਾਂ ਤੇ ਸ਼ੰਕੇ ਨਹੀਂ ਕਰਨੇ। ਕਦੇ ਵਾਸਤੇ ਇਹ ਨਹੀਂ ਕਹਿਣਾ ਕਿ ਇਹ ਜਿਹੜਾ ਸਿੱਖ ਹੈ ਇਹ ਭਾਵੇਂ ਪਤਾ ਨਹੀਂ ਬਾਣੀ ਪੜ੍ਹਦਾ ਕਿ ਨਹੀਂ ਪੜ੍ਹਦਾ, ਪਰ ਸਾਧ ਸੰਗਤ ਜੀ ਸਦਾ ਵਾਸਤੇ ਭਾਵੇਂ ਉਹ ਚੰਗਾ ਹੈ ਭਾਵੇਂ ਮਾੜਾ ਹੈ, ਉਹਦਾ ਸਦਾ ਵਾਸਤੇ ਸਤਿਕਾਰ ਕਰਨਾ ਜਿਹੜਾ ਗੁਰੂ ਕਾ ਸਿੱਖ ਹੋਵੇ। ਕਦੇ ਵਾਸਤੇ ਵੀ ਗੁਰਮੁਖ ਪਿਆਰਿਆਂ ਨੂੰ ਗੁਰੂ ਖਾਲਸਾ ਜੀ ਦੁੱਖ ਨਹੀਂ ਦੇਣਾ। ਤੋ ਰਹੋ ਵਿਚਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਦੇ ਤੇ ਰੋਮ ਰੋਮ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਸੁਣਾਈ ਦਿੰਦਾ ਹੈ। ਨਾਨਕ ਗੁਰਮੁਖ ਸਾਚ ਸਮਾਵੈ। ਉਹੀ ਗੁਰਮੁਖ ਪਿਆਰੇ ਬਾਣੀ ਨੂੰ ਪੜ੍ਹ ਕੇ ਬਾਣੀ ਦਾ ਉਪਦੇਸ਼ ਮੰਨ ਕਰਕੇ ਸੱਚੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਵਿੱਚ ਸਮਾ ਜਾਂਦੇ ਹਨ। ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਇਸੇ ਪ੍ਰਕਾਰ ਗੁਰੂ ਖਾਲਸਾ ਜੀ ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ ਜਿਹੜੇ ਆਪਣੇ ਗੁਰੂ ਨੂੰ ਮੁਖੀ ਮੰਨ ਕੇ ਚੱਲਦੇ ਹੈ। ਕਿਉਂਕਿ ਗੁਰੂ ਕਹਿੰਦਾ ਕਿ ਭਾਈ ਮੇਰਾ ਸਿੱਖ ਅੰਮ੍ਰਿਤ ਵੇਲੇ ਉੱਠੇ, ਮੇਰਾ ਸਿੱਖ ਬਾਣੀ ਪੜ੍ਹੇ, ਮੇਰਾ ਸਿੱਖ ਸੰਗਤ ਕਰੇ, ਮੇਰਾ ਸਿੱਖ ਸੇਵਾ ਕਰੇ। ਗੁਰੂ ਕਦੇ ਵਾਸਤੇ ਵੀ ਸਾਧ ਸੰਗਤ ਜੀ ਇਹ ਨਹੀਂ ਕਹਿੰਦਾ ਕਿ ਮੇਰਾ ਸਿੱਖ ਕਿਸੇ ਸ਼ਾਦੀ ਦੇ ਵਿੱਚ ਜਾ ਕੇ ਭੰਗੜੇ ਪਾਵੇ, ਗਾਣੇ ਸੁਣੇ। ਗੁਰੂ ਕਦੇ ਵਾਸਤੇ ਇਹ ਨਹੀਂ ਕਹਿੰਦਾ ਕਿ ਮੇਰਾ ਸਿੱਖ ਮਾੜੀ ਸੰਗਤ ਦੇ ਵਿੱਚ ਜਾਵੇ, ਗੰਦੀ ਸੰਗਤ ਦੇ ਵਿੱਚ ਜਾਵੇ। ਗੁਰੂ ਕਦੇ ਨਹੀਂ ਚਾਹੁੰਦਾ ਕਿ ਮੇਰਾ ਸਿੱਖ ਸਾਰਾ ਦਿਨ ਸਾਰੀ ਰਾਤ ਮੋਬਾਇਲ ਨੂੰ ਚਲਾਵੇ ਤੇ ਅੰਮ੍ਰਿਤ ਵੇਲਾ ਸਾਂਭੇ ਹੀ ਨਾ, ਬਾਣੀ ਨਾ ਪੜ੍ਹੇ। ਗੁਰੂ ਸਾਧ ਸੰਗਤ ਜੀ ਕਦੇ ਵਾਸਤੇ ਇਹ ਚਾਹੁੰਦਾ ਨਹੀਂ ਹੈ। ਇਸੇ ਕਰਕੇ ਸਾਧ ਸੰਗਤ ਜੀ ਆਪਾਂ ਗੁਰਮੁਖ ਬਣਨਾ ਹੈ, ਆਪਣੇ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਦੀ ਨਹੀਂ ਸੁਣਨੀ, ਆਪਣੇ ਗੁਰੂ ਦੀ ਸੁਣਨੀ ਹੈ। ਤਾਂ ਹੀ ਆਪਾਂ ਸਾਧ ਸੰਗਤ ਜੀ ਗੁਰਮੁਖ ਬਣਾਂਗੇ, ਜਦੋਂ ਆਪਾਂ ਗੁਰੂ ਨੂੰ ਮੁਖੀ ਮੰਨ ਕਰਕੇ ਆਪਣੇ ਜੀਵਨ ਦੇ ਵਿੱਚ ਚੱਲਾਂਗੇ। ਇਹ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ। ਮਹਾਰਾਜ ਕਿਰਪਾ ਕਰਨ ਆਇਆ ਹੋਇਆ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸੇ, ਜਿਸ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵਾਲੀ ਦਾਤ ਸਾਨੂੰ ਪ੍ਰਾਪਤ ਹੋ ਸਕੇ। ਤੇ ਸਾਧ ਸੰਗਤ ਦੀ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਇਸ ਅਸਥਾਨ ਦੇ ਉੱਪਰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਵਾਹਿਗੁਰੂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਦੁਪਹਿਰ ਵੇਲੇ ਚੌਪਹਿਰਾ ਸਾਹਿਬ ਹੋਵੇਗਾ, ਜਿਹਦੇ ਵਿੱਚ ਬਾਣੀ ਪੜ੍ਹੀ ਜਾਵੇਗੀ। ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਵਣਗੇ। ਤੇ ਰਾਤ ਇਸ ਟਾਈਮ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦੇ ਉੱਪਰ ਕਥਾ ਵਿਚਾਰਾਂ ਹੋਵਣਗੀਆਂ। ਇਸੇ ਤਰ੍ਹਾਂ ਆਪ ਜੀ ਨੇ ਗੁਰੂ ਘਰ ਦੇ ਨਾਲ ਜੁੜੇ ਰਹਿਣਾ, ਜਿਸ ਕਰਕੇ ਖਾਲਸਾ ਜੀ ਭਲਾ ਹੋਵੇਗਾ। ਇੱਥੇ ਕਥਾ ਦਾ ਵਿਸ਼ਰਾਮ ਹੈ। ਕੱਲ੍ਹ ਇਸੇ ਤਰ੍ਹਾਂ ਸਾਧ ਸੰਗਤ ਜੀ ਆਪ ਜੀ ਨੇ ਹਾਜ਼ਰੀ ਜ਼ਰੂਰ ਭਰਨੀ ਹੈ, ਚੁਪਹਿਰੇ ਵਿੱਚ ਵੀ ਤੇ ਕਥਾ ਦੇ ਵਿੱਚ ਵੀ ਤੇ ਕੀਰਤਨ ਦੇ ਵਿੱਚ ਵੀ। ਜਿੰਨਾ ਵੀ ਲਾਹਾ ਲਿਆ ਜਾਵੇ ਤੇ ਲਾਹਾ ਲੈਣਾ। ਜਿਸ ਕਰਕੇ ਸਾਧ ਸੰਗਤ ਜੀ ਕਦੇ ਸਾਡਾ ਜਿਹੜਾ ਮਨਮੁਖਾਂ ਵਾਲਾ ਸੁਭਾਅ ਉਹ ਕਦੇ ਵਾਸਤੇ ਵੀ ਨਹੀਂ ਬਣੇਗਾ। ਜਦੋਂ ਆਪਾਂ ਸੰਗਤ ਨਾ ਛੱਡੀ, ਸੰਗਤ ਦੇ ਨਾਲ ਜੁੜੇ ਰਹੇ, ਤਾਂ ਹੀ ਗੁਰਮੁਖਾਂ ਵਾਲੀ ਸਾਡੇ ਅੰਦਰ ਬਿਰਤੀ ਆਉਣੀ ਹੈ। ਇੱਥੇ ਕਥਾ ਦਾ ਵਿਸ਼ਰਾਮ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਗੁਰੂ ਸੰਗਤ ਬਖਸ਼ਣਹਾਰ ਹੋ। ਬਖਸ਼ ਲੈਣਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਜੀ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।